बीते दिनों अंबाला के पंजोखरा साहिब गुरुद्वारा से हरियाणा सिख गुरुद्वारा प्रबंधक कमेटी की बैठक का एक वीडियो वायरल हुआ था, जिसमें खूब हंगामा देखा गया था और गाली गलोच भी सुनने को मिली थी। इसके बाद इस वीडियो की जांच के लिए श्री अकाल तख्त साहिब की कमेटी अंबाला के पंजोखरा साहिब गुरुद्वारा में पहुंची। कमेटी के सदस्यों के साथ बैठक की गई, जिसमें इस वीडियो की जाँच की गयी। इस बारे में जानकारी देते हुए SGPC के एग्जीक्यूटिव मेंबर गुरप्रीत रंधावा ने बताया कि हरियाणा में हुए विवाद को लेकर शिरोमणि कमेटी की तरफ से जो कमेटी बनाई गई थी, उसमें वे अपोजिशन की तरफ से थे। आज इस मीटिंग में कई लोगों के बयान भी दर्ज किए गए हैं। हैरानी की बात तो ये है कि कंप्लेंट करने वालों में से कोई भी इस मीटिंग में नहीं आया और उम्मीद है कि अगली मीटिंग में वे जरूर आएंगे। ਅੱਜ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਜਿਹੜਾ ਹਰਿਆਣਾ ਦੇ ਵਿੱਚ ਇੱਕ ਵਿਵਾਦ ਹੋਇਆ ਸੀ ਇਸੇ ਗੁਰੂ ਘਰ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਤੇ ਸ਼੍ਰੋਮਣੀ ਕਮੇਟੀ ਵਿੱਚ ਐਗਜ਼ੈਕਟਿਵ ਦੇ ਵਿੱਚ ਮੈਂ ਆਪੋਜੀਸ਼ਨ ਵੱਲੋਂ ਤੇ ਮੈਨੂੰ ਵੀ ਉਹਦੇ ਵਿੱਚ ਰੱਖਿਆ ਗਿਆ ਸੀ ਤੇ ਅਸੀਂ ਉਹਦੇ ਸੰਬੰਧ ਦੇ ਵਿੱਚ ਅੱਜ ਜੋ ਸਾਨੂੰ ਬਾਕੀ ਟੀਮ ਸਾਰੀ ਆਈ ਹੈ ਤੇ ਉਹ ਕਾਫੀ ਕਈ ਘੰਟੇ ਲਗਾਤਾਰ ਜਿਹੜੇ ਨੇ ਉਹਦੇ ਵਿੱਚ ਸਾਬਕਾ ਜਨਰਲ ਸਕੱਤਰ ਜਿਨ੍ਹਾਂ ਦੀ ਸ਼ਿਕਾਇਤ ਵੀ ਸੀਗੀ, ਉਹਨਾਂ ਨੇ ਸ਼ਿਕਾਇਤ ਕੀਤੀ ਸੀ ਅਕਾਲ ਤਖਤ ਸਾਹਿਬ ਤੇ, ਉਹਨਾਂ ਨੇ ਆਪਣੇ ਬਿਆਨ ਦਰਜ ਕਰਾਏ ਨੇ ਔਰ ਜਿਹੜੇ ਸਾਡੇ ਸਿੱਖ ਪ੍ਰਚਾਰਕ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਬਾਬਾ ਬਲਜੀਤ ਸਿੰਘ ਜੀ, ਉਹ ਆਏ ਸੀ। ਤੇ ਪਰ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਸ਼ਿਕਾਇਤਕਰਤਾ ਨੇ ਜਿਨ੍ਹਾਂ ਨੇ ਸ਼ਿਕਾਇਤਾਂ ਕੀਤੀਆਂ ਸੀਗੀਆਂ ਉਹ ਕੋਈ ਵੀ ਹਾਜ਼ਰ ਨਹੀਂ ਹੋਇਆ। ਤੇ ਇਹ ਮਤਲਬ ਜਿਹੜਾ ਹੈਗਾ ਹੁਣ ਅਸੀਂ ਅੱਗੇ ਉਹਦੇ ਤੇ ਅੱਜ ਸਿਰਫ ਇਹ ਜਿੰਨੇ ਆਏ ਨੇ ਉਹਨਾਂ ਦਾ ਪੱਖ ਜਿਹੜਾ ਉਹ ਸੁਣ ਲਿਆ ਤੇ ਉਹ ਹੁਣ ਜਿਹੜੇ ਨਹੀਂ ਆਏ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਕਮੇਟੀ ਹੈ ਫੈਸਲਾ ਅੱਗੇ ਲਊਗੀ। ਬਿਲਕੁਲ ਇਹ ਕਮੇਟੀ ਬੈਠੂਗੀ, ਦੁਬਾਰੇ ਮੀਟਿੰਗ ਹੋਊਗੀ, ਉਹਦੇ ਵਿੱਚ ਅੱਗੇ ਫਿਰ ਵਿਚਾਰ ਜਿਹੜੀ ਹੋਊਗੀ। ਕਿੰਨੇ ਮੈਂਬਰ ਆਏ ਸੀਗੇ? ਸਿਰਫ ਇੱਕ ਮੈਂਬਰ ਜਿਹੜੇ ਨੇ ਉਹ ਪ੍ਰਿੰਸੀਪਲ ਸਾਹਿਬ ਨੇ, ਉਹਨਾਂ ਨੂੰ ਕੋਈ ਨਿੱਜੀ ਰੁਝੇਵਾਂ ਸੀ, ਉਹ ਨਹੀਂ, ਬਾਕੀ ਸਾਰੇ ਆਏ। ਕੀ ਨਾਮ ਸਰ? ਮੇਰਾ ਗੁਰਪ੍ਰੀਤ ਸਿੰਘ ਰੰਧਾਵਾ, ਮੈਂ ਆਪੋਜੀਸ਼ਨ ਵੱਲੋਂ ਐਗਜ਼ੈਕਟਿਵ ਮੈਂਬਰ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਸੀ ਸਿੰਘ ਸਾਹਿਬ ਜੀ ਵੱਲੋਂ, ਅੱਜ ਉਹਨਾਂ ਦੇ ਨਿਰਦੇਸ਼ਾਂ ਤਹਿਤ ਹੀ ਅੱਜ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਅੱਜ ਦੀ ਪਹਿਲੀ ਮੀਟਿੰਗ ਸੀ, ਜਿਹਦੇ ਵਿੱਚ ਕਿ ਸਮੂਹ ਜਿਹੜੇ ਐਗਜ਼ੈਕਟਿਵ ਮੈਂਬਰ ਜਿਹੜੇ ਕਿ 14 ਅਗਸਤ ਦੀ ਮੀਟਿੰਗ ਦੇ ਵਿੱਚ ਹਾਜ਼ਰ ਸਨ, ਉਹਨਾਂ ਨੂੰ ਇੱਥੋਂ ਦੇ ਮੈਨੇਜਰ ਸਰ ਕੁਲਦੀਪ ਸਿੰਘ ਦੇ ਰਾਹੀਂ ਜਿਹੜੇ ਸੁਨਾਏ ਦਿੱਤੇ ਗਏ ਸੀ ਕਿ ਕਮੇਟੀ ਨੇ ਇਸ ਦਿਨ ਆਉਣਾ, ਤੁਸੀਂ ਉੱਥੇ ਹਾਜ਼ਰ ਹੋ ਕੇ ਆਪਣੀ ਜਿਹੜੀ ਗੱਲ ਦੱਸਣ ਕਰਨੀ ਆ। ਉਹ ਉਸੇ ਸੰਬੰਧ ਵਿੱਚ ਅਸੀਂ ਅੱਜ ਇੱਥੇ ਗੁਰਦੁਆਰਾ ਸਾਹਿਬ ਆਏ ਸੀਗੇ, ਦਰਸ਼ਨ ਮੇਲੇ ਕੀਤੇ ਨੇ ਤੇ ਉਸ ਤੋਂ ਬਾਅਦ ਜਿਹੜੇ ਮੈਂਬਰਾਂ ਨੇ ਆਏ ਨਹੀਂ ਗਏ, ਜਿਹੜੇ ਮੈਂਬਰ ਆਏ ਨੇ ਉਹਨਾਂ ਦੇ ਅਸੀਂ ਬਿਆਨ ਜਿਹੜੇ ਨੇ ਉਹ ਨੋਟ ਕਰ ਲਏ ਨੇ। ਉਹਨਾਂ ਵਿੱਚ ਸਭ ਤੋਂ ਪਹਿਲਾਂ ਜਨਰਲ ਸਕੱਤਰ ਧਮੀਜਾ ਸਾਹਿਬ ਸੀਗੇ, ਉਹਨਾਂ ਨੇ ਆਪਣੀ ਸਾਰੀ ਜਿਹੜੀ ਵਿਵਸਥਾ ਜਿਹੜੀ ਆ, ਜਿਸ ਤਰ੍ਹਾਂ ਮੀਟਿੰਗ ਦੀ ਸ਼ੁਰੂਆਤ ਹੋਈ, ਜੋ ਕੁਝ ਮੀਟਿੰਗ ਹੋਇਆ, ਉਦੋਂ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਸਾਰੀਆਂ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਸਾਡੇ ਨਾਲ ਸਾਂਝ ਕੀਤੀ ਆ। ਕੁਛ ਰਿਟਨ ਦੇ ਵਿੱਚ ਵੀ ਉਹਨਾਂ ਨੇ ਆਪਣੇ ਜਿਹੜੇ ਕਾਪੀਆਂ ਨੇ ਬਿਆਨਾਂ ਦੀਆਂ ਸਾਨੂੰ ਦਿੱਤੀਆਂ ਨੇ, ਕੁਝ ਸੀਡੀਆਂ ਵੀ ਦਿੱਤੀਆਂ ਨੇ। ਉਸ ਤੋਂ ਬਾਅਦ ਬਾਬਾ ਬਲਜੀਤ ਸਿੰਘ ਦਾਦੂਵਾਲ, ਉਹ ਵੀ ਮੈਂਬਰ ਐਗਜ਼ੈਕਟਿਵ ਨੇ, ਉਹਨਾਂ ਨੇ ਵੀ ਸਾਡੇ ਨਾਲ ਮੁਲਾਕਾਤ ਕੀਤੀ, ਉਹਨਾਂ ਨਾਲ ਵੀ ਉਸ ਮੀਟਿੰਗ ਬਾਰੇ ਜਿਹੜੀਆਂ ਵਿਚਾਰਾਂ ਹੋਈਆਂ ਨੇ। ਤੇ ਉਸ ਤੋਂ ਬਾਅਦ ਜਿਹੜਾ ਇੱਕ ਚਿੱਠੀ ਸਾਨੂੰ ਮਿਲੀ ਪ੍ਰਧਾਨ ਜੀ ਵੱਲੋਂ, ਸਰ ਕਰਮਜੀਤ ਸਿੰਘ ਮਹੰਤ ਹੋਣਾ ਵੱਲੋਂ, ਕਿ ਮੇਰੀ ਸਿਹਤ ਠੀਕ ਨਹੀਂ ਗਈ ਤੇ ਮੈਂ ਇਸ ਕਰਕੇ ਨਹੀਂ ਆ ਸਕਦਾ, ਤੇ ਮੈਂ ਅਕਾਲ ਤਖਤ ਦੇ ਸਕੱਤਰ ਦੇ ਕਿਸੇ ਦਿਨ ਸਪੈਸ਼ਲ ਮੈਂ ਪਹੁੰਚੂੰਗਾ। ਤਾਂ ਇਸ ਕਰਕੇ ਅੱਜ ਦੀ ਅਸੀਂ ਕਾਰਵਾਈ 'ਚ ਜਿਹੜੇ ਮੈਂਬਰ ਆਏ ਸੀਗੇ, ਸਾਰਿਆਂ ਨੇ ਮਿਲ ਕੇ ਜਿਹੜੇ ਉਹਨਾਂ ਦੇ ਜਿਹੜੇ ਵਿਚਾਰ ਸੁਣੇ ਨੇ। ਆਪਣੀ ਜਿਹੜੀ ਉਹਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਜਿਹੜੀ ਅਸੀਂ ਆਪਣੀ ਰਿਪੋਰਟ ਉਹਦੇ ਤਿਆਰ ਬਣਾਵਾਂਗੇ, ਉਹ ਅਸੀਂ ਜੀ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਜਾ ਕੇ ਪੇਸ਼ ਕਰਾਂਗੇ, ਉਹਨਾਂ ਨਾਲ ਵਿਚਾਰ ਕਰਾਂਗੇ। ਜਿਸ ਤਰ੍ਹਾਂ ਅਗਲੀ ਕਾਰਵਾਈ ਸਿੰਘ ਸਾਹਿਬ ਵੱਲੋਂ ਆਦੇਸ਼ ਹੋਣਗੇ, ਉਹਦੇ ਅਨੁਸਾਰ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਮੇਰਾ ਨਾਮ ਸਰਬਜੀਤ ਸਿੰਘ ਸੋਲ ਹੈ ਜੀ, ਤੇ ਮੈਂ ਉਸ ਕਮੇਟੀ ਦਾ ਮੈਂਬਰ ਹਾਂ। ਸਰ ਅਜੀਤ ਸਿੰਘ ਨੇ, ਇਹ ਇੰਚਾਰਜ ਨੇ ਦਫ਼ਤਰ ਦੇ ਉੱਥੇ, ਇਹ ਅਕਾਲ ਤਖਤ ਸਾਹਿਬ ਵੱਲੋਂ। ਸਰਦਾਰ ਸ਼ਿਵਨਿੰਦਰ ਸਿੰਘ ਜੀ, ਸੁਖਵੰਤ ਸਿੰਘ ਜੀ, ਇਹ ਮੈਂਬਰ ਨੇ ਉਸ ਕਮੇਟੀ ਦੇ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਨੇ ਇਹ। ਤੇ ਉਸ ਦੇ ਨਾਲ ਜਿਹੜੇ ਆਪਣੇ ਸਾਡੇ ਇੱਕ ਗੁਰਪ੍ਰੀਤ ਸਿੰਘ, ਇਹ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਦੀ ਡਿਊਟੀ ਲਾਈ ਗਈ ਸੀ। ਇੱਕ ਸਰ ਗੁਰਪ੍ਰੀਤ ਸਿੰਘ ਜੀ ਰੰਧਾਵਾ, ਜਿਹੜੇ ਕਿ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹ ਆਏ ਸੀ।
ਅਸੀਂ ਬੈਠ ਕੇ ਅੱਜ ਦੀ ਕਾਰਵਾਈ ਹੋਈ ਆ ਤੇ ਅਸੀਂ ਆਪਣੀ ਕਾਰਵਾਈ ਅਗਲੀ ਕਾਰਵਾਈ ਆ ਉਹ ਅਸੀਂ ਸਿੰਘ ਸਾਹਿਬ ਜੀ ਨੂੰ ਜਾ ਕੇ ਰਿਪੋਰਟ ਕਰਾਂਗੇ। ਜੋ ਅਗਲੇ ਉੱਥੋਂ ਆਦੇਸ਼ ਸਿੰਘ ਸਾਹਿਬ ਜੀ ਵੱਲੋਂ ਮਿਲਣਗੇ ਅਗਲੀ ਉਹਦੇ ਅਨੁਸਾਰ ਕੀਤੀ ਜਾਵੇ। ਆਰੋਪ ਲਗਾਇਆ ਕਿ ਜਿਹੜੇ ਸ਼ਿਕਾਇਤ ਕਰਤੇ ਨਹੀਂ ਪੁੱਛੇ। ਹਾਂ, ਇਹ ਬਿਲਕੁਲ ਜਿਨ੍ਹਾਂ ਨੇ ਸਾਡੇ ਕੋਲ ਸ਼ਿਕਾਇਤ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੇ ਕੀਤੀ ਸੀਗੀ ਉਹ ਪ੍ਰਧਾਨ ਜੀ ਵੱਲੋਂ ਕੀਤੀ ਗਈ ਸੀਗੀ। ਉਦੋਂ ਉਹਨਾਂ ਨਾਲ ਹੋਰ ਦੂਸਰੇ ਮੈਂਬਰ ਉਹਨਾਂ ਦੇ ਐਗਜ਼ੈਕਟਿਵ ਉਹਨਾਂ ਵੱਲੋਂ ਕੀਤੀ ਸੀ। ਉਹਨਾਂ ਨੂੰ ਸ਼ਿਕਾਇਤ ਕਰਤਾ ਹੋਵੇ ਤੇ ਜਦੋਂ ਸ਼ਿਕਾਇਤ ਕਰਤਾ ਆਪਣੀ ਕੋਈ ਸ਼ਿਕਾਇਤ ਕਰਦਾ ਤੇ ਜੇ ਉਹ ਕਮੇਟੀ ਬਣ ਕੇ ਉਹਦੀ ਸ਼ਿਕਾਇਤ ਸੁਣਨ ਵਾਸਤੇ ਆਵੇ ਤਾਂ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਸੀ। ਜੇ ਉਹ ਨਹੀਂ ਆਏ, ਇਹ ਉਹਨਾਂ ਦੀ ਕਿਉਂ ਨਹੀਂ ਆਏ, ਇਹ ਉਹਨਾਂ ਨੂੰ ਆਪੇ ਉਹ ਜਵਾਬਦੇਹ ਹੋਣਗੇ। ਅਸੀਂ ਆਪਣੀ ਕਾਰਵਾਈ ਉਹ ਅਸੀਂ ਉਹਦੇ ਅਨੁਸਾਰ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸੀਗੀਆਂ, ਅਸੀਂ ਸਮਝਦੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਵੀ ਸਾਨੂੰ ਜ਼ਿੰਮੇਵਾਰੀ ਦਿੱਤੀ। ਅਸੀਂ ਉਹ ਕੋਚੀ ਅੱਜ ਅਰਦਾਸ ਵੀ ਕੀਤੀ ਗੁਰਦੁਆਰਾ ਸਾਹਿਬ ਕਿ ਅਸੀਂ ਉਸ ਜ਼ਿੰਮੇਦਾਰ ਨੂੰ ਤਨਦੇਹੀ ਨਾਲ ਨਿਭਾ ਸਕੀਏ। ਸੋ ਗੁਰੂ ਸਾਹਿਬ ਮਿਹਰ ਕਰਨ, ਸਾਰਾ ਕੁਝ ਵਧੀਆ ਹੋਵੇ। ਇੱਕ ਆ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿੱਥੇ ਪ੍ਰਬੰਧਕ ਹੁੰਦੇ ਨੇ ਕਿ ਆਮ ਗੁਰਦੁਆਰਾ ਸਾਹਿਬ ਇੱਕ ਗੁਰਮਤ ਦੀ ਗੱਲ ਆ, ਗੁਰੂ ਦੀ ਗੱਲ ਆ, ਇੱਥੇ ਜਿਹੜੇ ਪ੍ਰਬੰਧ ਆਉਣ ਚੰਗੇ ਹੋਣ ਉਹਨਾਂ ਨੂੰ ਆਪਸੀ ਪ੍ਰੇਮ ਪਿਆਰ ਸਤਿਕਾਰ ਕਿਸੇ ਦਾ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੇ ਪ੍ਰਬੰਧ ਤੋਂ ਹੀ ਕੌਮ ਅੱਗੇ ਸੰਗਤਾਂ ਆਉਂਦੀਆਂ ਨੇ ਉਹਨਾਂ ਨੇ ਸਿੱਖਣਾ ਹੁੰਦਾ। ਸੋ ਇਸ ਕਰਕੇ ਅਸੀਂ ਇਹ ਸਾਰੀ ਕਮੇਟੀ ਇਹਦੀ ਬਣਤਰ ਬਣੀ ਆ, ਕਿਸ ਤਰ੍ਹਾਂ ਬਣੀ ਆ, ਲੇਕਿਨ ਇਹ ਮਾਹੌਲ ਚੰਗਾ ਰਹਿਣਾ ਚਾਹੀਦਾ, ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ। ਅਸੀਂ ਤਾਂ ਆਪਣੀ ਕਾਰ ਜਾ ਕੇ ਸਿੰਘ ਸਾਹਿਬ ਜੀ ਨਾਲ ਕਰਾਂਗੇ। ਸਿੰਘ ਸਾਹਿਬ ਜੀ ਜਿੱਦਾਂ ਅਗਲੇ ਆਦੇਸ਼ ਹੋਣਗੇ ਉਹਦੇ ਅਨੁਸਾਰ ਅਗਲੀ ਕਾਰਵਾਈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਇਸੇ ਦਫ਼ਤਰ ਵਿੱਚ 14 ਅਗਸਤ ਨੂੰ ਐਗਜ਼ੀਕਿਊਟਿਵ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੋਈ ਸੀ, ਜਿਹਦੇ ਵਿੱਚ ਝੜਪ ਦੀ ਵੀਡੀਓ ਪੂਰੀ ਦੁਨੀਆ 'ਚ ਵਾਇਰਲ ਕੀਤੀ ਗਈਆਂ, ਜਿਹਦੇ ਨਾਲ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਛਵੀ ਨੂੰ ਬਹੁਤ ਵੱਡਾ ਧੱਕਾ ਲੱਗਾ। ਉਹ ਇੱਥੇ ਪੂਰੀ ਕਿਸੇ ਵੀ ਕਮੇਟੀ ਦੀ, ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਤੋਂ ਇਸ ਦਾਇਰੇ 'ਚ ਕੰਮ ਕਰ ਰਹੀ ਹੈ, ਇਹ ਪੁੱਛਿਆ ਗਿਆ ਕਿ ਅੱਜ ਤੱਕ ਕਦੀ ਵੀ ਕੋਈ ਦੀ ਕੈਮਰਾ ਕੋ ਲੱਗਿਆ ਤੇ ਉਹਦੇ 'ਚ ਕੈਮਰਾ ਲਗਾਉਣਾ, ਉਹ 'ਚ ਇਹ ਸਾਰਾ ਕੈਮਰੇ ਨੂੰ ਐਡਿਟ ਕਰਕੇ ਪੂਰੀ ਦੁਨੀਆ 'ਚ ਕਮੇਟੀ ਦੀ ਨਿੰਦਾ ਕਰ ਰਹੀਆਂ। ਇਸ ਕਰਕੇ ਇਹ ਕਮੇਟੀ ਬੁਲਾਈ ਗਈ ਸੀ, ਉਹਨਾਂ ਨੇ ਸਾਡੇ ਕੋਲੋਂ ਸਾਰੀ ਜਾਣਕਾਰੀ ਜੋ ਉਸ ਦਿਨ ਦੀ ਮੀਟਿੰਗ ਬਾਰੇ ਸੀ ਉਹ ਵੀ ਲਈ, ਉਹਦੇ ਕਾਰਨ ਵੀ ਲਏ ਵੀ ਇਹ ਨੌਬਤ ਕਿਉਂ ਆਈ। ਉਹਨਾਂ ਨੂੰ ਸਾਰਾ ਦੱਸਿਆ ਗਿਆ ਵੀ ਕਿਸ ਤਰ੍ਹਾਂ ਇਹਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਸਾਰੇ ਹਾਲਾਤ ਬਣੇ। ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਮਹੰਤ ਜੀ ਨੇ ਸਾਨੂੰ 16 ਅਗਸਤ ਨੂੰ ਧਮਕੀ ਦਿੱਤੀ ਸੀ ਕਿ ਅਸੀਂ ਦੋਨਾਂ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਤੋਂ ਛੁਡਵਾ ਕੇ ਬਾਹਰ ਕਢਵਾ ਕੇ ਆਵਾਂਗੇ। ਸਾਡੇ ਮਨ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ, ਮਨ ਵਿੱਚ ਰੋਸ਼ ਵੀ ਸੀ ਔਰ ਖੇਦ ਵੀ ਸੀ। ਜਿੱਥੇ ਸਾਨੂੰ ਖੇਦ ਸੀ ਕਿ ਅਸੀਂ ਰੋਸ਼ ਵਿੱਚ ਆ ਕੇ ਸਾਰੇ ਉੱਚਾ ਬੋਲੇ, ਗਲਤ ਬੋਲੇ, ਜਿੱਥੇ ਸਾਨੂੰ ਦੁੱਖ ਸੀ ਕਿ ਇਹ ਕਮੇਟੀ ਦਾ ਕੀ ਸਾਰਾ ਹਸ਼ਰ ਹੋ ਗਿਆ ਹੈ, ਔਰ ਜਿੱਥੇ ਸਾਡੇ ਮਨ ਨੂੰ ਪਰੇਸ਼ਾਨੀ ਵੀ ਸੀ, ਉਹ ਸਾਰੀ ਪਰੇਸ਼ਾਨੀਆਂ ਦਾ ਹੱਲ ਪਰਿਵਾਰ ਨੇ, ਦੋਸਤਾਂ ਨੇ ਔਰ ਸਾਥੀ ਮੈਂਬਰਾਂ ਨੇ ਇਹੀ ਕਿਹਾ ਵੀ ਉਹ ਸਾਨੂੰ ਮਹੰਤ ਜੀ ਅਕਾਲ ਤਖਤ ਸਾਹਿਬ ਤੋਂ ਛੁਡਵਾ ਕੇ ਆਣਗੇ, ਉਹ ਜਦੋਂ ਉਹਨਾਂ ਦੀ ਮਰਜ਼ੀ ਹੋਏਗੀ ਇਹ ਕੰਮ ਕਰਨਗੇ। ਪਰ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਿੱਖ ਹੋਣ ਦੇ ਨਾਤੇ ਆਪਣੇ ਤਹਿ ਦਿਲ ਤੋਂ ਮੰਨਦੇ ਆ, ਸਾਡੇ ਵਾਸਤੇ ਉਹਨਾਂ ਦਾ ਹਰ ਆਦੇਸ਼ ਔਰ ਸੰਦੇਸ਼ ਸਾਡੇ ਵਾਸਤੇ ਹੁਕਮ ਹੈ। ਅਸੀਂ ਖੁਦ 22 ਅਗਸਤ ਨੂੰ ਚਿੱਠੀ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਾਲਾਤਾਂ ਦਾ ਵੇਰਵਾ ਦਿੰਦੇ ਹੋਏ ਮਹੰਤ ਸਾਹਿਬ ਨੇ ਜੋ ਪਹਿਲੇ ਸਾਡੇ ਉੱਤੇ ਸਾਨੂੰ ਚਾਹੇ ਫਾਰਗ ਕਰਨ ਦੀ ਕੋਸ਼ਿਸ਼, ਚਾਹੇ ਸਾਡੇ ਉੱਤੇ ਖਿਆਲੀ ਬੇਅਦਬੀ ਦਾ ਦਾਅਵ ਲਗਾ ਕੇ ਸਾਡੇ ਖਿਲਾਫ ਡੈਥ ਵਾਰੰਟ ਜਾਰੀ ਕਰਨਾ ਕਿ ਸਿੱਖ ਕੌਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਭ ਤੋਂ ਵੱਡੀ ਬੇਅਦਬੀ ਮੰਨੀ ਜਾਂਦੀ ਹੈ, ਔਰ ਉਸ ਦੇ ਝੂਠੇ ਦੋਸ਼ ਲਗਾਉਣ ਨਾਲ ਇਹ ਡੈਥ ਵਾਰੰਟ ਮੈਂ ਇਸ ਵਾਸਤੇ ਕਹਿ ਰਿਹਾ, ਕੋਈ ਵੀ ਇੱਕ ਸੰਪੂਰਨ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਹੈ, ਸ੍ਰੀ ਅਕਾਲ ਤਖਤ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਹੈ, ਉਹਨੂੰ ਜੇ ਪਤਾ ਲੱਗੇ ਕਿ ਕਿਸੇ ਸ਼ਖਸ ਨੇ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ, ਤੇ ਉਹਦੇ ਤੇ ਫੈਟਲ ਅਟੈਕ ਵੀ ਕਰ ਸਕਦਾ ਹੈ। ਇਹਨਾਂ ਨੇ ਉਹ ਸਾਰਾ ਮੇਰਾ ਇੰਤਜ਼ਾਮ ਕਰ ਦਿੱਤਾ ਸੀ ਤੇ ਮੈਨੂੰ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਪੂਰਾ ਵਿਸ਼ਵਾਸ ਸੀ ਤੇ ਮੈਂ 22 ਤਰੀਕ ਨੂੰ ਚਿੱਠੀ ਲਿਖ ਕੇ ਉਸ ਖਿਆਲੀ ਬੇਅਦਬੀ ਦੀ ਇਨਕੁਆਇਰੀ ਮੰਗੀ। ਮਹੰਤ ਜੀ ਦਾ ਡੋਪ ਟੈਸਟ ਮੰਗਿਆ ਕਿਉਂਕਿ ਉਹ ਸਾਡੀ ਧੀਆਂ ਭੈਣਾਂ ਦੇ ਕਰੈਕਟਰ ਦੀ ਗੱਲਾਂ ਕਰਦੇ ਸਨ, ਇਸ ਵਾਸਤੇ ਉਹਨਾਂ ਦਾ ਕਰੈਕਟਰ ਸਰਟੀਫਿਕੇਟ ਜਾਂ ਜਿਹਨੂੰ ਬ੍ਰਹਮਚਾਰੀ ਟੈਸਟ ਕਿਹਾ ਜਾਂਦਾ ਉਹ ਮੰਗਿਆ। ਨਾਲ ਹੀ ਜੋ ਦਿਨ ਰਾਤ ਝੂਠ ਬੋਲਦੇ ਨੇ, ਝੂਠੇ ਵਾਅਦੇ ਕਰਦੇ ਨੇ, ਇੱਕ ਲਾਈ ਡਿਟੈਕਟਰ ਟੈਸਟ। ਇਹ ਸਾਰੀ ਜਿਹੜੀ ਮੇਰੀ ਚਿੱਠੀ ਲਿਖੀ ਸੀ ਉਸ ਮੁਤਾਬਕ ਉਹਨਾਂ ਨੇ ਮੇਰੇ ਕੋਲ ਸਾਰੇ ਐਵੀਡੈਂਸ ਆਈ ਹੋਈ ਮਾਨਯੋਗ ਕਮੇਟੀ ਨੇ ਉਹਦਾ ਸਾਰਾ ਵੇਰਵਾ ਜੋ ਮੇਰੇ ਕੋਲ ਮੰਗਿਆ ਉਹ ਸਾਰਾ ਮੈਂ ਉਹਨਾਂ ਨੂੰ ਦਿੱਤਾ। ਇਸ ਤੋਂ ਇਲਾਵਾ ਜੋ 14 ਅਗਸਤ ਨੂੰ ਇੱਥੇ ਹਾਲਾਤ ਹੋਏ ਸਨ, ਜਿਹਨੂੰ ਕਿ ਇੱਕ ਸਾਡਾ ਜਿਹੜਾ ਐਡਮਿਨਿਸਟ੍ਰੇਟਿਵ ਆਫਿਸ ਹੈ ਜਿਹੜੇ ਗੁਰੂ ਘਰ ਸਾਹਿਬ ਤੋਂ ਇੱਕ ਬਹੁਤ ਕਾਫੀ ਦੂਰੀ ਤੇ ਬਣਿਆ ਹੋਇਆ ਹੈ, ਲੇਕਿਨ ਇਸ
ਜਿਹੜੇ ਉਸ ਵਕਤ ਰੋਸ਼ ਦੀ ਗੱਲਾਂ ਹੋਈਆਂ ਉਹਨੂੰ ਪੰਜੋਖੜਾ ਸਾਹਿਬ ਗੁਰਦੁਆਰੇ ਸਾਹਿਬ ਨਾਲ ਜੋੜ ਕੇ ਪੂਰੀ ਦੁਨੀਆ 'ਚ ਪ੍ਰਸਾਰਿਤ ਕੀਤਾ। ਉਹਦੇ 'ਚ ਕਮੇਟੀ ਦੀ ਬਦਨਾਮੀ, ਸਿੱਖ ਕੌਮ ਦੀ ਬਦਨਾਮੀ, ਗੁਰੂ ਘਰਾਂ ਦੀ ਬਦਨਾਮੀ, ਸਿੱਖ ਜਗਤ ਦੀ ਬਦਨਾਮੀ ਔਰ ਆਪਣੇ ਦੇਸ਼ ਔਰ ਪ੍ਰਦੇਸ਼ ਦੀ ਬਦਨਾਮੀ ਸਾਰੀ ਹੋਈ। ਇਹਦਾ ਸਾਰਾ ਅੱਜ ਉਹਨਾਂ ਨੇ ਮੇਰੇ ਕੋਲ ਵੇਰਵਾ ਲਿਆ ਔਰ ਉਹ ਸਾਰਾ ਵੇਰ ਮੈਂ ਉਹਨਾਂ ਨੂੰ ਦਿੱਤਾ। ਔਰ ਮੈਨੂੰ ਸੰਪੂਰਨ ਵਿਸ਼ਵਾਸ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਨਿਆਂ ਮਿਲੇਗਾ। ਜੋ ਮੇਰੇ ਨਾਲ ਧੱਕਾ ਮਹੰਤ ਜੀ ਨੇ ਕਰਨ ਦਾ ਪ੍ਰਯਾਸ ਕੀਤਾ ਆਪਣੇ ਸਾਥੀਆਂ ਨਾਲ ਮਿਲ ਕੇ ਔਰ ਇੱਕ ਸਰਕਾਰੀ ਅਫਸਰ ਦੀ ਮਦਦ ਨਾਲ, ਇਹ ਸਾਰੀ ਜਿਹੜੀ ਖਿਆਲੀ ਪਲਾਨਿੰਗ ਬਣਾ ਕੇ ਮੇਰੇ ਤੇ ਅਟੈਕ ਕੀਤਾ, ਉਹ ਸਾਰਾ ਮੈਂ ਉਮੀਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਸ ਨੂੰ ਭਰਪੂਰ ਜਾਣਕਾਰੀਆਂ ਜੋ ਅਸੀਂ ਦਿੱਤੀਆਂ ਨੇ ਔਰ ਸਾਰੇ ਐਵੀਡੈਂਸਿਸ ਨੂੰ, ਸਾਰੇ ਮਾਪਦੰਡਾਂ ਨੂੰ ਚੈੱਕ ਕਰਕੇ ਮੈਨੂੰ ਇਨਸਾਫ ਉੱਥੋਂ ਮਿਲਣ ਦੀ ਪੂਰੀ ਉਮੀਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਹਾਂ। ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸਰਮੌਰ ਸੰਸਥਾ ਔਰ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਆ। 14 ਤਰੀਕ ਨੂੰ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਇੱਥੇ ਤਲਖੀ ਹੋਈ ਸੀ ਆਫਿਸ ਦੇ ਵਿੱਚ, ਮੀਟਿੰਗ ਹਾਲ ਦੇ ਅੰਦਰ, ਉਹਦੇ ਤੇ ਮਹੰਤ ਕਰਮਜੀਤ ਸਿੰਘ ਤੇ ਉਸਦੇ ਸਾਥੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਲੈ ਕੇ ਗਏ ਸੀਗੇ ਔਰ ਇਸੇ ਤਰ੍ਹਾਂ ਉਹਨਾਂ ਤੋਂ ਬਾਅਦ ਜਨਰਲ ਸੈਕਟਰੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਔਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਜੋ ਮਹੰਤ ਵੱਲੋਂ ਇਤਰਾਜ਼ ਸੀ ਔਰ ਜੋ ਜਨਰਲ ਸੈਕਟਰੀ ਦੇ ਵੱਲੋਂ। ਉਸ 5 ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਹ ਅੱਜ ਤੋਂ 4 ਦਿਨ ਪਹਿਲਾਂ ਸਾਨੂੰ ਇੱਥੋਂ ਸੱਦਾ ਗਿਆ ਸੀ, ਜੋ ਸਾਡੇ ਗੁਰਦੁਆਰਾ ਪੰਜੋਖੜਾ ਸਾਹਿਬ ਪਾਤਸ਼ਾਹੀ 8ਵੀਂ ਦੇ ਮੈਨੇਜਰ ਨੇ ਇੱਥੇ ਹਰਿਆਣਾ ਕਮੇਟੀ ਦੇ ਸਰਦਾਰ ਕੁਲਦੀਪ ਸਿੰਘ, ਕਿ ਤੁਸੀਂ ਇੱਥੇ ਅਕਾਲ ਤਖਤ ਸਾਹਿਬ ਤੋਂ ਕਮੇਟੀ ਆਉਣੀ ਹੈ ਤੇ ਉਹਨਾਂ ਤੁਹਾਡਾ ਪੱਖ ਜਾਣਨਾ ਤੇ ਤੁਸੀਂ ਇੱਥੇ ਹਾਜ਼ਰ ਹੋਣਾ। ਤਾਂ ਅਸੀਂ ਉਹਨਾਂ ਦੇ ਸੱਦੇ ਤੇ ਇੱਥੇ ਹਾਜ਼ਰ ਹੋਏ ਹਾਂ। ਮੈਂ ਖੁਦ ਹਾਜ਼ਰ ਹੋਇਆ, ਜਨਰਲ ਸਕੱਤਰ ਸਾਬਕਾ ਸਾਡੇ ਹਰਿਆਣਾ ਕਮੇਟੀ ਦੇ ਸਰਦਾਰ ਗੁਰਿੰਦਰ ਸਿੰਘ ਧਮੀਜਾ ਵੀ ਹਾਜ਼ਰ ਹੋਇਆ, ਆਪਣਾ ਪੱਖ ਅਸੀਂ ਦੱਸਿਆ। ਪਰ ਮੈਨੂੰ ਹੈਰਾਨੀ ਹੋਈ ਹੈ ਜੋ ਤੁਸੀਂ ਸਵਾਲ ਕੀਤਾ ਕਿ ਜਿਹੜੇ ਕੰਪਲੇਂਟਰ ਸਨ ਉਹ ਖੁਦ ਆਏ ਨਹੀਂ, ਨਾ ਮਹੰਤ ਕਰਮਜੀਤ ਸਿੰਘ ਆਇਆ, ਨਾ ਦੂਸਰੇ ਆਏ ਉਸਦੇ ਸਾਥੀ ਜਿਨ੍ਹਾਂ ਨੇ ਕੰਪਲੇਂਟ ਕੀਤੀ ਸੀ, ਔਰ ਕੋਈ ਵੀ ਨਹੀਂ ਆਇਆ। ਕੇਵਲ ਇੱਕ ਲਿਖਤੀ ਜਿਹੜਾ ਲੈਟਰ ਆ ਉਹ ਇੱਥੇ ਭੇਜਿਆ ਗਿਆ। ਮੈਂ ਸਮਝਦਾ ਇਹ ਅਕਾਲ ਤਖਤ ਸਾਹਿਬ ਦੀ ਤੋਹੀਨ ਕੀਤੀ ਹੈ। ਔਰ ਜੋ ਮੈਂ ਮੀਡੀਆ 'ਚ ਸੁਣਿਆ ਕਿ ਉਹਨਾਂ ਵੱਲੋਂ ਜੋ ਕਿਹਾ ਗਿਆ ਔਰ ਜੋ ਅਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਲੈਟਰ ਦਿੱਤਾ ਗਿਆ, ਉਹਦੇ 'ਚ ਲਿਖਿਆ ਮਹੰਤ ਕਰਮਜੀਤ ਸਿੰਘ ਨੇ ਕਿ ਮੈਂ ਅਕਾਲ ਤਖਤ ਦੇ ਜਥੇਦਾਰ ਅੱਗੇ ਪੇਸ਼ ਹੋਵਾਂਗਾ, ਕਮੇਟੀ ਅੱਗੇ ਨਹੀਂ। ਮੈਂ ਕਮੇਟੀ ਤੇ ਨਹੀਂ, ਮੈਂ ਅਕਾਲ ਤਖਤ ਅੱਗੇ ਪੇਸ਼ ਹੋਵਾਂਗਾ। ਔਰ ਅੱਜ ਸੀਨੀਅਰ ਮੀਤ ਪ੍ਰਧਾਨ ਜਿਹਨੂੰ ਹੁਣ ਟੈਂਪਰੇਰੀ ਚਾਰਜ ਦਿੱਤਾ ਗਿਆ, ਉਸ ਦੀ ਵੀ ਇੱਕ ਵੀਡੀਓ ਸੁਣੀ ਜੋ ਸਾਨੂੰ ਕਮੇਟੀ ਨੇ ਵੀ ਸੁਣਾਈ ਆ ਕਿ ਉਸਨੇ ਕਿਹਾ ਕਿ ਮੈਨੂੰ ਤਾਂ ਬੁਲਾਇਆ ਹੀ ਨਹੀਂ ਗਿਆ, ਜਦੋਂ ਕਿ ਮੈਨੇਜਰ ਕੁਲਦੀਪ ਸਿੰਘ ਨੇ ਕਿਹਾ ਕਿ ਮੈਂ ਸਾਰਿਆਂ ਦੇ WhatsApp ਤੇ ਲੈਟਰ ਭੇਜੀ ਆ, ਸੱਦਾ ਦਿੱਤਾ ਵਾ, ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਸੀ ਜਿਨ੍ਹਾਂ ਦੇ 11 ਜਾਣਿਆਂ ਦੇ ਨਾਮ ਅਕਾਲ ਤਖਤ ਸਾਹਿਬ ਦੇ ਵੱਲੋਂ ਲੈਟਰ ਵਿੱਚ ਲਿਖੇ ਗਏ ਸੀ। ਪਰ ਸਾਨੂੰ ਬੜਾ ਦੁੱਖ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਆਉਣੀ ਹੋਵੇ ਤੇ ਉਸ ਨੂੰ ਇਗਨੋਰ ਕੀਤਾ ਜਾਵੇ। ਉਹਦਾ ਕੀ ਕਾਰਨ ਆ ਇਹ ਤਾਂ ਮਹੰਤ ਦੇ ਸਾਥੀ ਦੱਸ ਸਕਦੇ ਆ। ਮਹੰਤ ਨੇ ਜਿਹੜਾ ਆਪਣਾ PA ਭੇਜਿਆ, ਫਿਰ ਤਾਂ ਸਾਰੇ ਆਪੋ ਆਪਣਾ PA ਭੇਜ ਦਿੰਦੇ, ਫਿਰ ਅਕਾਲ ਤਖਤ ਸਾਹਿਬ ਦੀ ਸਰਮੌਰਤਾ ਜਾਂ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਦਾ ਮਾਨ ਸਨਮਾਨ ਕੀ ਰਹਿੰਦਾ। ਸੋ ਇਸ ਕਾਰਨ ਕਰਕੇ ਮੈਂ ਬੜਾ ਹੈਰਾਨ ਹੋਇਆ ਜਿਹੜਾ ਤੁਸੀਂ ਸਵਾਲ ਕੀਤਾ ਕਿ ਉਹ ਕਿਉਂ ਨਹੀਂ ਖੁਦ ਆਏ। ਉਹਨਾਂ ਨੇ ਤਾਂ ਖੁਦ ਇੱਥੇ ਪਹੁੰਚਣਾ ਚਾਹੀਦਾ ਸੀ ਆਪਣਾ ਪੱਖ ਦੱਸਣ ਵਾਸਤੇ, ਪਰ ਅਸੀਂ ਨਿਮਾਣੇ ਸਿੱਖ ਹੋਣ ਦੇ ਨਾਤੇ ਇੱਥੇ ਪਹੁੰਚੇ ਹਾਂ। ਕਮੇਟੀ ਦੁਬਾਰਾ ਵੀ ਬੁਲਾਊਗੀ, ਦੁਬਾਰਾ ਵੀ ਜਾਵਾਂਗੇ। ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਜਾਊਗਾ, ਨੰਗੇ ਪੈਰੀਂ ਜਾਵਾਂਗੇ। ਅਕਾਲ ਤਖਤ ਸਾਹਿਬ ਸਾਡੇ ਸਰਮੌਰ ਆ ਔਰ ਜੋ ਵੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੋਵੇਗਾ, ਅਸੀਂ ਆਸ ਰੱਖਦੇ ਹਾਂ ਕਿ ਜੋ ਅੱਜ ਇੱਥੇ ਬਿਆਨ ਜਿਹੜਾ ਪੱਖ ਦਿੱਤਾ ਗਿਆ, ਨਿਰਪੱਖ ਫੈਸਲਾ ਆਵੇਗਾ ਔਰ ਨਿਰਪੱਖ ਫੈਸਲੇ ਦੇ ਅੱਗੇ ਸਾਡਾ ਜਿਹੜਾ ਹੈ ਉਹ ਸਿਰ ਝੁਕਦਾ ਰਹੇਗਾ, ਕਿਉਂਕਿ ਅਕਾਲ ਤਖਤ ਸਾਹਿਬ ਸਰਮੌਰ ਹੈ ਔਰ ਅਕਾਲ ਤਖਤ ਸਾਹਿਬ ਤੋਂ ਨਿਰਪੱਖ ਫੈਸਲਿਆਂ ਦੀ ਜਿਹੜੀ ਆਸ ਤੇ ਉਮੀਦ ਕੀਤੀ ਜਾਂਦੀ ਹੈ ਕਿ ਉਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਜਾਂ ਸਿਆਸਤ ਨਹੀਂ। ਨਿਰਪੱਖ ਫੈਸਲੇ ਦਾ ਅਸੀਂ ਪੂਰਾ ਸਵਾਗਤ ਕਰਾਂਗੇ। ਅੱਜ ਜਿਵੇਂ ਇੱਥੇ ਪਹੁੰਚੇ ਹਾਂ ਔਰ ਸਾਨੂੰ ਉਡੀਕ ਰਹੇਗੀ ਕਿ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ, ਕਿ ਜਿਸ ਤਰੀਕੇ ਨਾਲ ਬਿਨਾਂ ਗੱਲ ਤੋਂ ਇਲਜ਼ਾਮ ਲਗਾਏ ਗਏ, ਉਹ ਜਿਹੜੇ ਇਲਜ਼ਾਮ ਆ ਉਹਨਾਂ ਦੀ ਸਾਰੀ ਘੋਖ ਪੜਤਾਲ ਜਿਹੜੀ ਆ ਉਹ ਕਮੇਟੀ ਵੱਲੋਂ ਕੀਤੀ ਜਾਵੇ। ਜੋ ਕਮੇਟੀ ਦੀ ਰਿਪੋਰਟ ਅਕਾਲ ਤਖਤ ਸਾਹਿਬ ਤੇ ਜਾਏਗੀ, ਸਾਨੂੰ ਉਡੀਕ ਰਹੇਗੀ ਕਿ ਜਲਦ ਇਹਦਾ ਫੈਸਲਾ ਜਿਹੜਾ ਉਹ ਸਾਹਮਣੇ ਆਵੇ। ਜੇ ਅਸੀਂ ਗੁਨਾਹਗਾਰ ਹਾਂ, ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ, ਕਿਉਂਕਿ ਅਸੀਂ ਸੰਗਤਾਂ ਦੇ ਝਾੜੂ ਬਰਦਾਰ ਹਾਂ। ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨਦੇ ਅਸੀਂ ਆਪਣਾ ਜਿਹੜਾ ਹੈ ਉਹ ਫੈਸਲੇ ਦਾ ਸਵਾਗਤ ਕਰਾਂਗੇ। ਔਰ ਜੇ ਅਸੀਂ ਬੇਗੁਨਾਹ ਹਾਂ
ਤਾਂ ਫਿਰ ਜਿਹੜੇ ਗੁਨਾਹਗਾਰ ਜਿਨ੍ਹਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਝੂਠੇ ਇਲਜ਼ਾਮ ਲਾਏ ਆ, ਪੰਥ ਚੋਂ ਛਕਵਾਉਣ ਦੀਆਂ ਧਮਕੀਆਂ ਦਿੱਤੀਆਂ, ਉਹਨਾਂ ਲੋਕਾਂ ਦੇ ਉੱਤੇ ਵੀ ਧਾਰਮਿਕ ਕਾਰਵਾਈ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਪਰ ਸਾਨੂੰ ਇਸ ਗੱਲ ਦਾ ਦੁੱਖ ਰਹੇਗਾ ਕਿ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਕਮੇਟੀ ਦਾ ਮਾਨ ਸਨਮਾਨ ਅੱਜ ਕੰਪਲੇਂਟ ਕਰਨ ਵਾਲਿਆਂ ਵੱਲੋਂ ਹੀ ਨਹੀਂ ਰੱਖਿਆ ਗਿਆ, ਔਰ ਸਾਨੂੰ ਆਸ ਰਹੇਗੀ ਜਿਹੜੀ ਖਿਆਲੀ ਬੇਅਦਬੀ ਦੇ ਇਲਜ਼ਾਮ ਮਹੰਤ ਕਰਮਜੀਤ ਸਿੰਘ ਨੇ ਲਗਾਏ ਸੀ ਉਹਨਾਂ ਦਾ ਇਨਸਾਫ, ਔਰ ਜੋ ਜਨਰਲ ਸਕੱਤਰ ਨੇ ਆਪਣੀ ਲਿਖਤੀ ਚਿੱਠੀ ਭੇਜੀ ਸੀ ਅਕਾਲ ਤਖਤ ਸਾਹਿਬ ਤੇ ਜੋ ਫਰਿਆਦ ਕੀਤੀ ਹੈ ਮਹੰਤ ਦੇ ਟੈਸਟਾਂ ਦੀ, ਉਹਨਾਂ ਦੇ ਵੀ ਫੈਸਲਾ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਹੋਈ ਕਮੇਟੀ ਆਪਣੀ ਦੇਖ ਰੇਖ ਵਿੱਚ ਕਰੇਗੀ। ਔਰ ਅੱਜ ਅਸੀਂ ਆਪਣਾ ਪੱਖ ਰੱਖਿਆ, ਅੱਗੇ ਜੋ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਅਸੀਂ ਉਹਨੂੰ ਸਮਰਪਿਤ ਹਾਂ ਤੇ ਸਾਡੇ ਸਿਰ ਮੱਥੇ ਤੇ ਹੋਏਗਾ। ਸੰਗਤਾਂ ਦੀ ਸੇਵਾ 'ਚ ਹਾਜ਼ਰ ਹਾਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ 'ਚ दिन रात हाजिर रहेंगे, संगतां दी सेवा च दिन रात हाजिर रहेंगे। दैनिक सवेरा के लिए अंबाला से कृष्ण बाली की रिपोर्ट।